ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ। ਸਾਡਾ ਅੱਜ ਦੀ ਵੀਡੀਓ ਦਾ ਟੌਪਿਕ ਹੈ ITI CBT ਐਗਜ਼ਾਮ ਦੇ ਵਿੱਚ ਟ੍ਰੇਡ ਇਲੈਕਟ੍ਰੀਸ਼ੀਅਨ ਦੇ ਜਿਹੜੇ MCQ ਨੇ ਉਸ ਦੀ ਵੀਡੀਓ ਬਣਾ ਰਹੇ ਹਾਂ। ਅੱਜ ਦੀ ਵੀਡੀਓ ਟ੍ਰੇਡ ਥਿਊਰੀ ਨਾਲ ਰਿਲੇਟਡ ਜਿਹੜੇ MCQ ਨੇ ਉਸ ਦਾ ਸੈਕੰਡ ਪਾਰਟ ਹੈਗਾ ਔਰ ਜਾਣਦੇ ਹਾਂ ਇਸ ਵੀਡੀਓ ਦੇ ਵਿੱਚ ਟ੍ਰੇਡ ਇਲੈਕਟ੍ਰੀਸ਼ੀਅਨ ਦੇ MCQs। ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈ, ਨਮੀ ਨੂੰ ਟਰਾਂਸਫਾਰਮਰ ਤੇਲ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਰੀਥਰ ਵਿੱਚ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ? ਆਪਸ਼ਨ A ਹੈ ਸੋਡੀਅਮ ਕਲੋਰਾਈਡ, B ਹੈ ਅਮੋਨੀਅਮ ਕਲੋਰਾਈਡ, C ਹੈ ਸਿਲਿਕਾ ਜੈਲ ਔਰ D ਹੈਗਾ ਚਾਰਕੋਲ ਅਤੇ ਲੂਣ ਦਾ ਮਿਸ਼ਰਣ। ਤਾਂ ਇੱਥੇ ਜਿਹੜਾ ਪਾਵਰ ਟਰਾਂਸਫਾਰਮਰ ਅਸੀਂ ਦੇਖਦੇ ਹਾਂ, ਇਹਦੇ ਪਾਰਟਸ ਦੇਖੋਗੇ ਤੁਸੀਂ ਤਾਂ ਇਸ ਦੇ ਲੈਫਟ ਸਾਈਡ ਤੇ ਬਰੀਥਰ ਨਜ਼ਰ ਆ ਰਿਹਾ। ਬਰੀਥ ਮੀਨਸ ਸਾਹ ਲੈਣਾ। ਤਾਂ ਜਦੋਂ ਟਰਾਂਸਫਾਰਮਰ ਉੱਪਰ ਲੋਡ ਵੱਧਦਾ ਹੈਗਾ ਤਾਂ ਕਰੰਟ ਵਧਣ ਦੇ ਨਾਲ, ਲੋਡ ਵਧਣ ਦੇ ਨਾਲ ਜਿਹੜਾ ਇਸ ਦੇ ਅੰਦਰ ਆਇਲ ਹੈਗਾ, ਤੇਲ ਹੈਗਾ, ਉਹ ਗਰਮ ਹੁੰਦਾ, ਉੱਪਰ ਨੂੰ ਉੱਠਦਾ। ਤਾਂ ਉਸ ਸਮੇਂ ਇੱਥੋਂ ਜਿਹੜੀ ਏਅਰ ਹੈਗੀ ਆ ਉਹ ਬਾਹਰ ਆਉਂਦੀ ਹੈ ਔਰ ਜਿਸ ਸਮੇਂ ਇਹ ਅੰਦਰਲਾ ਤੇਲ ਠੰਡਾ ਹੁੰਦਾ ਹੈ ਇਹ ਕੂਲਿੰਗ ਟਿਊਬ ਦੇ ਦੁਆਰਾ ਜਾਂ ਹੋਰ ਸਾਧਨ ਨੇ ਇਸ ਨੂੰ ਠੰਡਾ ਕਰਨ ਦੇ ਤੇਲ ਦੇ, ਤਾਂ ਉਸ ਸਮੇਂ ਜਦੋਂ ਤੇਲ ਨੀਚੇ ਬੈਠਦਾ ਤਾਂ ਬਾਹਰੋਂ ਹਵਾ ਇਹ ਅੰਦਰ ਨੂੰ ਬਰੀਥ ਕਰਦਾ, ਯਾਨੀ ਕਿ ਖਿੱਚਦਾ ਹੈਗਾ। ਤਾਂ ਇਸ ਦੇ ਵਿੱਚ ਜਿਹੜੀ ਨਮੀ ਨੂੰ ਰੋਕਣਾ ਕਿ ਅੰਦਰ ਨਮੀ ਨਾ ਜਾਵੇ, ਜਿਸ ਦੇ ਕਾਰਨ ਜਿਹੜਾ ਟਰਾਂਸਫਾਰਮਰ ਆਇਲ ਹੈ ਉਹ ਖਰਾਬ ਨਾ ਹੋਵੇ। ਤਾਂ ਇਸ ਦੇ ਵਿੱਚ ਕਿਹੜੀ ਸਮੱਗਰੀ ਵਰਤੀ ਜਾਂਦੀ ਹੈ ਇਸ ਬਰੀਥਰ ਦੇ ਵਿੱਚ? ਉਹ ਜਿਹੜੀ ਆਪਸ਼ਨ ਦਿੱਤੀਆਂ ਨੇ C ਹੈਗੀ ਆ ਸਿਲਿਕਾ ਜੈਲ। ਸਿਲਿਕਾ ਜੈਲ ਨੂੰ ਜੇ ਇੱਥੇ ਦਿਖਾਵਾਂ ਮੈਂ ਤਾਂ ਅਸੀਂ ਆਮ ਜਦੋਂ ਕੋਈ ਇਲੈਕਟ੍ਰੋਨਿਕ ਜਾਂ ਇਲੈਕਟ੍ਰੀਕਲ ਅਪਲਾਇੰਸਿਸ ਖਰੀਦਦੇ ਆ ਤਾਂ ਉਹਦੇ ਵਿੱਚ ਇਸ ਤਰ੍ਹਾਂ ਦੇ ਇੱਕ ਛੋਟੇ ਛੋਟੇ ਪੈਕਟ ਨਿਕਲਦੇ ਆ, ਇਹ ਸਿਲਿਕਾ ਜੈਲ ਲਿਖਿਆ ਹੋਇਆ। ਤਾਂ ਇਹ ਜਿਹੜਾ ਇਸ ਦਾ ਮੇਨ ਕੰਮ ਕੀ ਹੈ ਕਿ ਨਮੀ ਨੂੰ ਚੂਸਣਾ, ਜਿਹੜਾ ਡਰਾਈ ਏਅਰ ਰਵੇ। ਤਾਂ ਇਸ ਦੇ ਵਿੱਚ ਜਿਹੜੀ ਬਰੀਥਰ ਦੇ ਵਿੱਚ ਪਾਈ ਜਾਂਦੀ ਆ ਉਹ ਇਸ ਕਲਰ ਦੀ ਆ ਜਾਂਦੀ ਹੈ, ਜਿਹੜੀ ਸਟਾਰਟਿੰਗ ਦੇ ਵਿੱਚ ਜਿਹੜਾ ਹਲਕਾ ਬਲੂ ਕਲਰ ਹੁੰਦਾ ਸਿਲਿਕਾ ਜੈਲ ਦਾ, ਔਰ ਜਿਵੇਂ ਜਿਵੇਂ ਇਹ ਨਮੀ ਨੂੰ ਚੂਸਦਾ ਰਹਿੰਦਾ ਜਾਂ ਉਸਦੀ ਕਪੈਸਿਟੀ ਖਤਮ ਹੁੰਦੀ ਜਾਂਦੀ ਹੈ ਤਾਂ ਇਸ ਦਾ ਕਲਰ ਪਿੰਕ ਹੋ ਜਾਂਦਾ। ਉਸ ਸਮੇਂ ਇਸ ਜੈਲ ਨੂੰ, ਸਿਲਿਕਾ ਜੈਲ ਨੂੰ ਚੇਂਜ ਕਰਨਾ ਬਣਦਾ। ਤਾਂ ਇਹ ਇਸ ਤਰ੍ਹਾਂ ਦੇ ਦੋ ਕਲਰ ਦਿਖਾਏ ਗਏ ਆ। ਤਾਂ ਸਿਲਿਕਾ ਜੈਲ ਹੈਗੀ ਆ ਆਪਸ਼ਨ C ਹੈ ਪਹਿਲੇ ਦੀ। ਨਮੀ ਨੂੰ ਟਰਾਂਸਫਾਰਮਰ ਤੇਲ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਬਰੀਥਰ ਵਿੱਚ ਸਿਲਿਕਾ ਜੈਲ ਦੀ ਸਮੱਗਰੀ ਵਰਤੀ ਜਾਂਦੀ ਹੈ। ਸੈਕੰਡ ਕੁਐਸਚਨ ਹੈਗਾ, ਟਰਾਂਸਫਾਰਮਰ ਵਿੱਚ ਕਾਪਰ ਲਾਸ ਕਿਵੇਂ ਪਤਾ ਕੀਤੇ ਜਾਂਦੇ ਹਨ? ਯਾਨੀ ਕਿ ਕਾਪਰ ਲਾਸ ਕਿਸ ਤਰ੍ਹਾਂ ਫਾਈਂਡ ਆਊਟ ਕੀਤੇ ਜਾਂਦੇ ਆ? ਇੱਕ ਟਰਾਂਸਫਾਰਮਰ ਦੀ ਐਫੀਸ਼ੀਐਂਸੀ ਯਾਨੀ ਕਿ ਉਸ ਦੀ ਨਿਪੁੰਨਤਾ ਪਤਾ ਕਰਨ ਦੇ ਲਈ ਲਾਸਿਸ ਫਾਈਂਡ ਆਊਟ ਕੀਤੇ ਜਾਂਦੇ ਆ ਕਿ ਇਸ ਦੇ ਅੰਦਰ ਕਿੰਨੇ ਲਾਸ ਹੋ ਰਹੇ ਆ। ਕਿਉਂਕਿ ਟਰਾਂਸਫਾਰਮਰ ਇੱਕ ਸਟੇਸ਼ਨਰੀ ਜਿਹੜਾ ਡਿਵਾਈਸ ਹੈਗਾ, ਇਸ ਦੇ ਅੰਦਰ ਘੁੰਮਣ ਵਾਲਾ ਕੋਈ ਪਾਰਟ ਨਹੀਂ ਹੁੰਦਾ। ਤਾਂ ਇਸ ਦੇ ਵਿੱਚ ਜਿਹੜੇ ਲਾਸਿਸ ਆ ਦੋ ਟਾਈਪ ਦੇ ਆ ਜਾਂਦੇ ਆ, ਕਾਪਰ ਲਾਸ ਔਰ ਆਇਰਨ ਲਾਸ। ਤਾਂ ਜਿਹੜੇ ਆਇਰਨ ਲਾਸ ਹੈ ਉਹ ਕੋਰ ਦੇ ਅੰਦਰ ਹੁੰਦੇ ਆ ਔਰ ਕਾਪਰ ਲਾਸ ਵਾਈਂਡਿੰਗ ਦੇ ਅੰਦਰ। ਤਾਂ ਕਾਪਰ ਲਾਸ ਫਾਈਂਡ ਆਊਟ ਕਰਨ ਲਈ ਜਿਸ ਤਰ੍ਹਾਂ ਇਹ ਡਾਇਗਰਾਮ ਦਿਖਾਈ ਗਈ ਹੈ, ਇਸ ਦੇ ਵਿੱਚ HT ਸਾਈਡ ਜਿਹੜੀ ਹਾਈ ਟੈਂਸ਼ਨ ਸਾਈਡ ਹੈ ਉਸ ਸਾਈਡ ਨੂੰ ਜਿਹੜੀ ਸਪਲਾਈ ਦਿੱਤੀ ਜਾਂਦੀ ਹੈ ਔਰ ਜਿਹੜੀ LT ਸਾਈਡ ਹੈ ਲੋ ਟੈਂਸ਼ਨ ਸਾਈਡ ਉਸ ਨੂੰ ਸ਼ਾਰਟ ਕੀਤਾ ਜਾਂਦਾ। ਤਾਂ ਇਸੇ ਦੇ ਆਧਾਰ 'ਤੇ ਇਸ ਦਾ ਜਿਹੜਾ ਟੈਸਟ ਆ ਸ਼ਾਰਟ ਸਰਕਟ ਟੈਸਟ ਕਿਹਾ ਜਾਂਦਾ। ਤਾਂ ਇਸ ਸਮੇਂ ਜਿਹੜਾ ਰੇਟਡ ਕਰੰਟ ਦਿੱਤਾ ਜਾਂਦਾ ਉਸ ਨੂੰ ਸ਼ਾਰਟ ਹੋਇਆ ਹੋਇਆ ਤਾਂ ਥੋੜ੍ਹੀ ਵੋਲਟੇਜ 'ਤੇ ਹੀ ਇਹ ਰੇਟਡ ਕਰੰਟ 'ਤੇ ਐਂਪੀਅਰ ਮੀਟਰ ਦੱਸਣ ਲੱਗ ਜਾਂਦਾ ਰੀਡਿੰਗ। ਤਾਂ ਉਸ ਸਮੇਂ ਜਿਹੜੀ ਵਾਟ ਮੀਟਰ ਦੀ ਰੀਡਿੰਗ ਆਉਂਦੀ ਹੈ ਉਹ ਵਾਟੇਜ ਜਿਹੜੀ ਦੱਸਦਾ ਉਹ ਕਾਪਰ ਲਾਸ ਦੀ ਹੁੰਦੀ ਹੈ। ਕਾਪਰ ਲਾਸ ਦੱਸਦਾ ਕਿੰਨੇ ਵਾਟੇਜ ਦੇ ਹੋ ਰਹੇ ਆ। ਤਾਂ ਇੱਥੇ ਅਸੀਂ ਜਿਹੜਾ ਟਰਾਂਸਫਾਰਮਰ ਵਿੱਚ ਕਾਪਰ ਲਾਸ ਕਿਵੇਂ ਫਾਈਂਡ ਆਊਟ ਕਰਦੇ ਹਾਂ ਤਾਂ A ਦੇ ਵਿੱਚ ਰੇਸ਼ੋ ਟੈਸਟ, B ਇੰਪਲਸ ਟੈਸਟ, C ਸ਼ਾਰਟ ਸਰਕਟ ਟੈਸਟ ਲਿਖਿਆ ਹੋਇਆ। ਤਾਂ ਇੱਥੇ C ਜਿਹੜੀ ਆਪਸ਼ਨ ਹੈ ਉਹ ਸਹੀ ਹੈ। ਜਿਹੜੇ ਓਪਨ ਸਰਕਟ ਟੈਸਟ ਹੈ ਇਸ ਦੇ ਦੁਆਰਾ ਅਸੀਂ ਜਿਹੜੇ ਆਇਰਨ ਲਾਸ ਨਿਕਾਲਦੇ ਹਾਂ, ਲੇਕਿਨ ਪੁੱਛਿਆ ਸਾਡੇ ਤੋਂ ਕਾਪਰ ਲਾਸ ਗਿਆ। ਕਾਪਰ ਲਾਸ ਸ਼ਾਰਟ ਸਰਕਟ ਟੈਸਟ ਦੇ ਦੁਆਰਾ ਫਾਈਂਡ ਆਊਟ ਕੀਤੇ ਜਾਂਦੇ ਆ। ਤੀਸਰਾ ਕੁਐਸਚਨ ਹੈਗਾ, ਪਾਵਰ ਟਰਾਂਸਫਾਰਮਰ ਵਿੱਚ ਐਕਸਪਲੋਜ਼ਨ ਵੈਂਟ ਦਾ ਕੀ ਕੰਮ ਹੈ? ਆਪਸ਼ਨ A ਹੈਗੀ ਆ ਆਇਲ ਰਿਲੀਜ਼ਿੰਗ, B ਹੈਗਾ ਹੀਟ ਰਿਲੀਜ਼ਿੰਗ, C ਹੈਗਾ ਦਬਾਓ ਰਿਲੀਜ਼ਿੰਗ ਯਾਨੀ ਕਿ ਪ੍ਰੈਸ਼ਰ ਰਿਲੀਜ਼ਿੰਗ ਔਰ D ਹੈਗਾ ਨਮੀ ਰਿਲੀਜ਼ਿੰਗ। ਤਾਂ ਇੱਥੇ ਜਿਹੜਾ ਐਕਸਪਲੋਜ਼ਨ ਵੈਂਟ ਹੈ, ਜਿਵੇਂ ਪਹਿਲਾਂ ਡਾਇਗਰਾਮ ਇੱਕ ਦਿਖਾਈ ਸੀ ਫੋਟੋ, ਉਸ ਦੇ ਵਿੱਚ ਜਿਹੜਾ ਇਸ ਤਰ੍ਹਾਂ ਦਿਖਾਇਆ ਹੋਇਆ ਪਾਵਰ ਟਰਾਂਸਫਾਰਮਰ ਦੇ ਉੱਪਰ ਇਹ ਐਕਸਪਲੋਜ਼ਨ ਵੈਂਟ ਹੈ। ਇਹ ਇੱਕ ਸੇਫਟੀ ਜਿਹੜਾ ਸਾਧਨ ਬਣਾਇਆ ਹੋਇਆ ਇਸ ਦਾ, ਜਿਸ ਤਰ੍ਹਾਂ ਪ੍ਰੈਸ਼ਰ ਕੁੱਕਰ ਦੇ ਵਿੱਚ ਜਿੱਥੇ ਉਸ ਦੇ ਢੱਕਣ ਦੇ ਉੱਪਰ ਇੱਕ ਹਲਕਾ ਜਿਹਾ ਹੋਲ ਦਿੱਤਾ ਹੁੰਦਾ, ਉਹ ਵੀ ਉਸ ਦਾ ਇੱਕ ਐਕਸਪਲੋਜ਼ਨ ਵੈਂਟ ਹੁੰਦਾ ਤਾਂ ਕਿ ਜੇ ਪ੍ਰੈਸ਼ਰ ਕਈ ਵਾਰ ਵਿਸਲ
ब्लॉक हो जाती है तो उस समय प्रैशर रिलीज़ हो जाए तो वो हल्का जिहड़ा पॉइंट है उस दे विचों निकल जाता और पूरा जिहड़ा प्रैशर कुकर है वो फटन तो बच जाता। तो सेम उस तरह जिहड़ा ये ट्रांसफार्मर है इस दे विचों जदों प्रैशर ज़्यादा हो जाता तो उस समय प्रैशर रिलीज़ करने लई ट्रांसफार्मर की सेफ्टी के लिए एक्सप्लोजन वेंट है इस जगह के उपर हल्का जिहड़ा सेफ्टी डिवाइस है इत्थे लग्या होया और ये फट जाता तो इत्थों की जिहड़ी गैस है वो रिलीज़ हो जाती है। क्योंकि बहुत ज़्यादा कई बार शॉर्ट सर्किट ऐसा हो जाता जिस दे कारण बहुत ज़्यादा हीट प्रोड्यूस होने कारण तेल इन्ना गर्म हो जाता कि बहुत ज़्यादा गैसेज बनती है तो उस समय ट्रांसफार्मर की सेफ्टी के लिए एक्सप्लोजन वेंट काम करता है। तो इत्थे जिहड़ी ऑप्शन हैगी है एक्सप्लोजन वेंट का काम की है दबाव नूं रिलीज़ करना यानी कि प्रैशर नूं रिलीज़ करना। तो ऑप्शन इसकी सी सही है। चौथा क्वेश्चन है पावर ट्रांसफार्मर विच बकहोल्स रिले का की काम है। ऑप्शन ए है उच्च तापमान तो सुरक्षा, बी हैगा नमी तो सुरक्षा, सी हैगा मेन टैंक विच दबाव तो सुरक्षा और डी हैगा ओवरलोडिंग अते शॉर्ट सर्किट दोनों तो सुरक्षा। तो बकहोल्स रिले हुंदी की है ये पावर ट्रांसफार्मर दे विच हुंदी है। ये मेन टैंक और कंजरवेटर दोनों के विचकार एक छोटा जिहा अंतर लग्या हुंदा। ये इत्थे नज़र आ रहा जिहड़ा बकहोल्स रिले एक सेफ्टी डिवाइस है। भी तो इसनूं जे इंटरनल असी डायग्राम देखिए तो अंदर इस तरह होंगे दो फ्लोट होंगे इस दे विच। जिहड़ा उपर हैगा जदों हल्का जदों इसका करंट वधना शुरू हुंदा तो उस समय जिहड़ा तेल का वहाव तेज़ी नाल जदों अगे जाता तो उस समय जिहड़ा ये पहला फ्लोट है ये वर्क करता जिहड़ा कि अलार्म नूं ऑपरेट कराउंदा है कि इस समय सानूं जरूरत है ट्रांसफार्मर नूं ऑफ कराउण दी। और कई बार इन्ना ज़्यादा जिहड़ा शॉर्ट सर्किट के कारण करंट वध जाता तो उस समय तेल का जिहड़ा वहाव है वो तेज़ी नाल जाता मेन टैंक तो कंजरवेटर वाल नूं, क्योंकि कंजरवेटर एक स्पेस दित्ती हुंदी है जिहड़ा तेल नूं उपर जाण लई। तो उत्थे जदों नीचे वाला फ्लोट फिर इस समय काम करदा जिहड़ा कि पूरे सर्किट नूं ट्रिप करा दिंदा ट्रांसफार्मर नूं ऑफ करा दिंदा। तो ये जिहड़ा हैगा इत्थे ऑप्शन जिहड़ी हैगी है डी सही है। ओवरलोडिंग और शॉर्ट सर्किट दोनों की सुरक्षा के वास्ते बकहोल्स रिले पावर ट्रांसफार्मर दे विच लगाई जाती है। तो ऑप्शन डी इसकी सही है। पंजवां क्वेश्चन पूछा गया ट्रांसफार्मर का की नाम है जिहड़ा इत्थे पिक्चर से दिखाया गया। इत्थे ऑप्शन ए हैगियां ऑटो ट्रांसफार्मर, बी हैगा कोर टाइप ट्रांसफार्मर, सी शैल टाइप ट्रांसफार्मर और डी ऑडियो फ्रीकुएंसी ट्रांसफार्मर। तो इत्थे जिहड़ा कोर के आधार पर है कोर का एको ही रास्ता मैगनैटिक फील्ड का जिहड़ा रास्ता एक हैगा तो एक कोर टाइप का। जिहड़े शैल टाइप ने उन्हां दे विच दो रास्ते हो जाते हैं मैगनैटिक फील्ड के, उत्थे कोयल सेंटर दे विच आ जाती है तो जिहड़ियां मैगनैटिक लाइन है उसके दो रास्ते बन जाते हैं। ये आ जाता शैल टाइप। तो जिहड़ा ये पूछा गया ये कोर टाइप ट्रांसफार्मर है जिहदी कोर के उपर एको ही रास्ता मैगनैटिक फील्ड का हैगा और बाहरी जिहड़ियां साइडां ते जिहड़ी प्राइमरी और सैकेंडरी वाइंडिंग की जाती है। तो इत्थे ऑप्शन इसकी बी सही है। कोर टाइप ट्रांसफार्मर है ये वाला जिहदी पिक्चर दिखाई गई है। 6वां क्वेश्चन है AC सिंगल फेस सप्लाई विच न्यूट्रल का की काम हुंदा है। ऑप्शन ए हैगा करंट नूं वापसी का रास्ता देना, बी हैगा वोल्टेज स्थिर रखना, सी हैगा वायरिंग विच वोल्टेज ड्रॉप घटाउणा और डी हैगा लोड करंट नूं स्थिर रखना है। तो जिहड़ा सिंगल फेज सप्लाई दे विच असीं एक फेज और न्यूट्रल वायर वरतदे हैगे आ किसी भी अप्लाइंसिस नूं सप्लाई देण दे लई और जिहड़ी न्यूट्रल आ वो करंट का वापसी का रास्ता देण दा काम करदा। तो इसदी ऑप्शन ए सही है 6वें दी। 7वां क्वेश्चन है जेकर सिंगल फेज पंप मोटर बहुत हौली स्पीड नाल चल रही होवे तो की नुक्स होवेगा। ऑप्शन ए है खराब कैपेसिटर, बी हैगा स्टार्टिंग वाइंडिंग ओपन होना है, सी स्टार्टिंग वाइंडिंग शॉर्ट और डी हैगा रनिंग वाइंडिंग शॉर्ट होना। तो इत्थे की है कि कोई भी जिहड़ी सिंगल फेज की मोटर है उस दे विच रनिंग और स्टार्टिंग वाइंडिंग आ जांदियां जिस दे विच कैपेसिटर का काम हुंदा है स्टार्टिंग वाइंडिंग के करंट नूं एडवांस करना। तो उस दे विच जदों कैपेसिटर वीक हो जाता कैपेसिटर खराब हो जाता तो दोनों का एंगल घट जाता जिहड़ा दोनों के मैगनैट का रनिंग और स्टार्टिंग वाइंडिंग दे। तो जदों घट जाता इन्हां दा एंगल तो स्पीड घट जाती है। तो उस समय खराब कैपेसिटर है उसनों असीं जदों चेंज करके नवां लगा दिंदे आ तो जिहड़ा एंगल घटिया सी फेज और न्यूट्रल दे मैगनैट का वो चेंज हो जाता वध जाता तो स्पीड सानूं सही मिलण लग जाती है। तो इत्थे की पुछया हौली स्पीड का कारण पुछया तो इसका जिहड़ी ऑप्शन है ए है खराब कैपेसिटर।
8ਵਾਂ ਕੁਐਸਚਨ ਆ ਫਲੂਇਡ ਫ੍ਰਿਕਸ਼ਨ ਡੈਂਪਿੰਗ ਦੀ ਵਰਤੋਂ ਵਾਲੇ ਇੰਸਟਰੂਮੈਂਟ ਨੂੰ ਸਹੀ ਰੀਡਿੰਗ ਲੈਣ ਲਈ ਕਿਸ ਪੋਜੀਸ਼ਨ ਵਿੱਚ ਰੱਖਿਆ ਜਾਂਦਾ ਹੈ। ਜਿਹੜੇ ਮੇਜ਼ਰਿੰਗ ਇੰਸਟਰੂਮੈਂਟ ਨੇ ਉਹਨਾਂ ਦੇ ਵਿੱਚ ਇੱਕ ਡਿਫਲੈਕਟਿੰਗ ਟਾਰਕ ਹੁੰਦਾ ਜਿਹੜਾ ਨੀਡਲ ਨੂੰ 0 ਤੋਂ ਉਸ ਦੀ ਪੋਜੀਸ਼ਨ ਤੱਕ ਲੈ ਕੇ ਜਾਂਦਾ ਜਿੰਨੀ ਉਹ ਕੁਆਂਟੀਟੀ ਮੇਜ਼ਰ ਕਰਨੀ ਹੈ, ਔਰ ਦੂਸਰਾ ਉਹਨੂੰ ਵਾਪਸ 0 ਵੱਲ ਲੈ ਕੇ ਆਉਣ ਲਈ ਕੰਟਰੋਲਿੰਗ ਟਾਰਕ ਹੁੰਦਾ ਉਸ ਨੂੰ ਕੰਟਰੋਲ ਕਰਨ ਲਈ ਨੀਡਲ ਨੂੰ। ਤਾਂ ਦੋਨਾਂ ਦੇ ਫੋਰਸ ਦੇ ਕਾਰਨ ਜਦੋਂ ਸਹੀ ਰੀਡਿੰਗ ਨਹੀਂ ਕਈ ਵਾਰ ਮਿਲ ਪਾਉਂਦੀ ਤਾਂ ਨੀਡਲ ਜਿਹੜੀ ਆ ਉਹ ਵਾਈਬ੍ਰੇਟ ਕਰਦੀ ਰਹਿੰਦੀ ਹੈ, ਸੂਈ ਇਸ ਤਰ੍ਹਾਂ ਹਿਲਦੀ ਰਹਿੰਦੀ ਹੈ, ਕਾਫੀ ਦੇਰ ਤੋਂ ਬਾਅਦ 'ਚ ਉਹ ਇੱਕ ਸਥਿਰ ਹੁੰਦੀ ਹੈ ਪੋਜੀਸ਼ਨ 'ਤੇ। ਤਾਂ ਸਹੀ ਰੀਡਿੰਗ ਲੈਣ ਲਈ ਸਾਨੂੰ ਡੈਂਪਿੰਗ ਕਰਨੀ ਪੈਂਦੀ ਹੈ। ਡੈਂਪਿੰਗ ਅਲੱਗ-ਅਲੱਗ ਟਾਈਪ ਦੀ ਹੈ, ਏਅਰ, ਐਡੀ ਕਰੰਟ ਡੈਂਪਿੰਗ ਔਰ ਫਲੂਇਡ ਫ੍ਰਿਕਸ਼ਨ ਟਾਈਪ। ਜਿਵੇਂ ਫਲੂਇਡ ਦੇ ਅੰਦਰ ਰੱਖੀ ਗਈ ਹੈ, ਇਸ ਦੇ ਵਿੱਚ ਜਿਸ ਤਰ੍ਹਾਂ ਇਹ ਪੰਖੜੀ ਟਾਈਪ ਹੈ ਤਾਂ ਜਦੋਂ ਰੋਟੇਟ ਹੁੰਦਾ ਤਾਂ ਆਇਲ ਦੇ ਅੰਦਰ ਇਸ ਨੂੰ ਫ੍ਰਿਕਸ਼ਨ ਮਿਲਦੀ ਹੈਗੀ ਆ। ਤਾਂ ਇਹ ਜਿਹੜੇ ਹੈਗੇ ਆ ਸਹੀ ਰੀਡਿੰਗ ਸਾਨੂੰ ਸਥਿਰ ਮਿਲੇ, ਜਿਹੜੀ ਸੂਈ ਹੈਗੀ ਆ ਮੀਟਰ ਦੀ ਉਹ ਸਹੀ ਜਗ੍ਹਾ 'ਤੇ ਜਾ ਕੇ ਰੁਕੇ, ਉਹ ਇਸ ਵਾਸਤੇ ਜਿਹੜੀ ਫਲੂਇਡ ਫ੍ਰਿਕਸ਼ਨ ਜਿਹੜੀ ਡੈਂਪਿੰਗ ਵਾਲੇ ਇੰਸਟਰੂਮੈਂਟ ਹੈ ਉਹਨਾਂ ਨੂੰ ਵਰਟੀਕਲ ਪੋਜੀਸ਼ਨ 'ਚ ਖੜੇ ਰੁੱਖ ਰੱਖਿਆ ਜਾਂਦਾ। ਤਾਂ ਇੱਥੇ ਜਿਹੜੀ ਪੋਜੀਸ਼ਨ ਹੈਗੀ ਆ ਉਹ ਬੀ ਆਪਸ਼ਨ ਹੈ, ਵਰਟੀਕਲ ਪੋਜੀਸ਼ਨ ਇਸ ਦੀ ਸਹੀ ਹੈ। 9ਵਾਂ ਕੁਐਸਚਨ ਹੈ ਇਲੈਕਟ੍ਰੋਡਾਇਨਮੋ ਟਾਈਪ ਇੰਸਟਰੂਮੈਂਟ ਕਿਹੜੀ ਮਾਤਰਾ ਮਾਪਣ ਦੇ ਲਈ ਵਰਤੇ ਜਾਂਦੇ ਹਨ। ਇਹ ਹੈਗਾ ਕਰੰਟ, ਬੀ ਵੋਲਟੇਜ, ਸੀ ਰਜਿਸਟੈਂਸ ਔਰ ਡੀ ਹੈਗਾ ਪਾਵਰ। ਤਾਂ ਜਿਹੜੇ ਇਲੈਕਟ੍ਰੋਡਾਇਨਮੋ ਟਾਈਪ ਦੇ ਇੰਸਟਰੂਮੈਂਟ ਹੈਗੇ ਆ ਉਹ ਪਾਵਰ ਮੇਜ਼ਰ ਕਰਨ ਦੇ ਲਈ ਇਸ ਤਰ੍ਹਾਂ ਦੇ ਇੰਸਟਰੂਮੈਂਟ ਵਰਤੇ ਜਾਂਦੇ ਆ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ। 10ਵਾਂ ਕੁਐਸਚਨ ਹੈ ਬਿਜਲੀ ਇਕਾਈਆਂ ਨੂੰ ਮਾਪਣ ਵਾਲੇ ਯੰਤਰਾਂ ਵਿੱਚ ਸਪਰਿੰਗ ਕੰਟਰੋਲ ਕਿਸ ਧਾਤ ਦਾ ਬਣਿਆ ਹੁੰਦਾ ਹੈ। ਤਾਂ ਜਿਹੜੀਆਂ ਅਸੀਂ ਇਲੈਕਟ੍ਰੀਕਲ ਕੁਆਂਟੀਟੀਜ਼ ਮੇਜ਼ਰ ਕਰਦੇ ਹਾਂ, ਚਾਹੇ ਉਹ ਕਰੰਟ ਆ, ਵੋਲਟੇਜ ਹੈ ਜਾਂ ਪਾਵਰ ਹੈਗੀ ਆ, ਤਾਂ ਉੱਥੇ ਜਿਹੜੀ ਨੀਡਲ ਨੂੰ ਵਾਪਸ 0 'ਤੇ ਲੈ ਕੇ ਆਉਣ ਵਾਸਤੇ ਸਪਰਿੰਗ ਕੰਟਰੋਲ ਵਰਤਿਆ ਜਾਂਦਾ। ਤਾਂ ਜਿਹੜਾ ਸਪਰਿੰਗ ਹੈਗਾ ਉਹ ਮੀਟਰ ਦੇ ਅੰਦਰ ਉਸ ਨੂੰ ਕੰਟਰੋਲਿੰਗ ਟਾਰਕ ਪਲੱਸ ਕੋਇਲ ਨੂੰ ਸਪਲਾਈ ਦੇਣ ਦੇ ਲਈ ਵੀ ਵਰਤਿਆ ਜਾਂਦਾ ਹੈਗਾ। ਔਰ ਇਹਨਾਂ ਦੇ ਵਿੱਚੋਂ ਕਿਹੜੀ ਆਪਸ਼ਨ ਹੈਗੀ ਆ ਜਿਹੜੀ ਪੁੱਛੀ ਗਈ ਆ ਕਿਸ ਮੈਟਲ ਦਾ ਬਣਿਆ ਹੁੰਦਾ। ਆਪਸ਼ਨ ਏ ਹੈਗਾ ਸਟੀਲ, ਬੀ ਸਿਲਵਰ, ਸੀ ਟਿਨ ਕਾਪਰ ਔਰ ਡੀ ਫਾਸਫੋਰਸ ਬ੍ਰੌਂਜ਼। ਤਾਂ ਜਿਹੜਾ ਫਾਸਫੋਰਸ ਬ੍ਰੌਂਜ਼ ਦੇ ਜਿਹੜੇ ਸਪਰਿੰਗ ਬਣਾਏ ਜਾਂਦੇ ਆ, ਆਪਸ਼ਨ ਇਸ ਦੀ ਡੀ ਸਹੀ ਹੈ। ਇਸ ਦੇ ਉੱਪਰ ਜਿਹੜਾ ਮਕੈਨੀਕਲ ਪਾਵਰ ਲੱਗਦੀ ਹੈ, ਖਿਚਾਅ ਲੱਗਦਾ, ਤਾਂ ਉਸ ਦਾ ਕੋਈ ਇਫੈਕਟ ਨਹੀਂ ਪੈਂਦਾ ਔਰ ਨਾ ਹੀ ਕਰੰਟ ਫਲੋ ਕਰਨ ਨਾਲ ਜਿਹੜਾ ਕਿ ਅਸੀਂ ਉਸ ਦੀ ਕੋਇਲ ਨੂੰ ਸਪਲਾਈ ਸਪਰਿੰਗ ਦੇ ਥਰੂ ਹੀ ਦੇ ਦਿੰਦੇ ਹਾਂ, ਤਾਂ ਉਸ ਦੇ ਕਰੰਟ ਦੇ ਨਾਲ ਜਿਹੜਾ ਟੈਂਪਰੇਚਰ ਦਾ ਇਫੈਕਟ ਪੈਂਦਾ ਉਸ ਦੇ ਉੱਪਰ ਵੀ ਕੋਈ ਇਸ ਮੈਟਲ 'ਤੇ ਫਰਕ ਨਹੀਂ ਪੈਂਦਾ। ਇਸ ਕਰਕੇ ਅਸੀਂ ਫਾਸਫੋਰਸ ਬ੍ਰੌਂਜ਼ ਦੇ ਸਪਰਿੰਗ ਵਰਤਦੇ ਹੈਗੇ ਆ ਇਲੈਕਟ੍ਰੀਕਲ ਕੁਆਂਟੀਟੀਜ਼ ਮੇਜ਼ਰ ਕਰਨ ਵਾਲੇ ਇੰਸਟਰੂਮੈਂਟ ਦੇ ਵਿੱਚ। 11ਵਾਂ ਕੁਐਸਚਨ ਹੈ ਹੇਠ ਦਿੱਤਿਆਂ ਵਿੱਚੋਂ ਕਿਹੜਾ ਕੋਲਡ ਕੈਥੋਡ ਲੈਂਪ ਹੈ। ਤਾਂ ਏ ਆਪਸ਼ਨ ਹੈਲੋਜਨ ਲੈਂਪ, ਬੀ ਨਿਊਨਸਾਈਨ ਲੈਂਪ, ਸੀ ਫਲੋਰੋਸੈਂਟ ਲੈਂਪ ਔਰ ਡੀ ਮਰਕਰੀ ਵੈਪਰ ਲੈਂਪ। ਤਾਂ ਇਹਨਾਂ ਦੇ ਵਿੱਚੋਂ ਜਿਹੜੀ ਬੀ ਆਪਸ਼ਨ ਹੈ ਉਹ ਨਿਊਨਸਾਈਨ ਜਿਹੜੇ ਲੈਂਪ ਹੈਗੇ ਆ ਉਹ ਕੋਲਡ ਕੈਥੋਡ ਲੈਂਪ ਹੈਗੇ ਆ। 11ਵੀਂ ਦੀ ਆਪਸ਼ਨ ਬੀ ਸਹੀ ਹੈ। 12ਵਾਂ ਕੁਐਸਚਨ ਹੈਗਾ ਫਿਲਾਮੈਂਟ ਦੇ ਲੈਂਪ ਦਾ ਵਰਕਿੰਗ ਟੈਂਪਰੇਚਰ ਕੀ ਹੁੰਦਾ ਹੈ। ਤਾਂ ਆਪਸ਼ਨ ਏ ਹੈਗਾ 1500 ਡਿਗਰੀ ਸੈਲਸੀਅਸ, ਬੀ ਹੈਗਾ 1800 ਡਿਗਰੀ ਸੈਲਸੀਅਸ, ਸੀ ਹੈਗਾ 2000 ਡਿਗਰੀ ਸੈਲਸੀਅਸ ਔਰ ਡੀ ਹੈਗਾ 2300 ਡਿਗਰੀ ਸੈਲਸੀਅਸ। ਤਾਂ ਜਿਹੜੇ ਫਿਲਾਮੈਂਟ ਵਾਲੇ ਲੈਂਪ ਆ, ਜਿਹੜੇ ਅਸੀਂ ਕੱਚ ਦੇ ਲੈਂਪ ਯੂਜ਼ ਕਰਦੇ ਹਾਂ 100 ਵਾਟ 200 ਵਾਟ, ਉਸ ਦਾ ਜਿਹੜਾ ਫਿਲਾਮੈਂਟ ਹੈਗਾ ਉਸ ਦਾ ਜਿਹੜਾ ਵਰਕਿੰਗ ਟੈਂਪਰੇਚਰ ਆ ਉਹ 2300 ਡਿਗਰੀ ਸੈਲਸੀਅਸ ਹੈਗਾ। ਤਾਂ ਆਪਸ਼ਨ ਇਸ ਦੀ ਡੀ ਸਹੀ ਹੈ। 13ਵਾਂ ਕੁਐਸਚਨ ਹੈਗਾ ਲਿਊਮੀਨਸ ਇੰਟੈਂਸਿਟੀ ਦਾ SI ਯੂਨਿਟ ਕੀ ਹੈ। ਤਾਂ ਆਪਸ਼ਨ ਏ ਹੈਗਾ ਲਕਸ, ਬੀ ਲਿਊਮਨ, ਸੀ ਕੈਂਡੇਲਾ, ਡੀ ਵੋਲਟ। ਤਾਂ ਇਸ ਦੀ ਜਿਹੜੀ ਲਿਊਮੀਨਸ ਇੰਟੈਂਸਿਟੀ ਦਾ SI ਯੂਨਿਟ ਹੈ ਉਹ ਕੈਂਡੇਲਾ ਹੈ। ਆਪਸ਼ਨ ਇਸ ਦੀ ਸੀ ਸਹੀ ਹੈ। 14ਵਾਂ ਕੁਐਸਚਨ ਹੈ ਫਿਊਜ਼ ਕਿਸ ਕਿਸਮ ਦੀ ਅਸੈਸਰੀਜ਼ ਹੈ। ਆਪਸ਼ਨ ਏ ਹੈਗਾ ਕੰਟਰੋਲਿੰਗ, ਬੀ ਹੈਗਾ ਹੋਲਡਿੰਗ, ਸੀ ਹੈਗਾ ਸੁਰੱਖਿਆ ਔਰ ਡੀ ਹੈਗਾ ਆਊਟਲੈਟ। ਤਾਂ ਇਹਦੇ ਵਿੱਚੋਂ ਜਿਹੜੀ ਇਹ ਇੱਕ ਵਾਇਰਿੰਗ ਦਾ ਇੱਕ ਪਾਰਟ ਹੈਗਾ ਫਿਊਜ਼, ਜਿਸ ਦੀ ਵਰਤੋਂ ਅਸੀਂ ਸੁਰੱਖਿਆ ਦੇ ਲਈ ਕਰਦੇ ਹਾਂ, ਚਾਹੇ ਉਹ ਅਪਲਾਈਂਸਿਸ ਹੈ, ਚਾਹੇ ਉਹ ਮਸ਼ੀਨ ਹੈ ਜਾਂ ਵਾਇਰਿੰਗ ਹੈ। ਤਾਂ ਆਪਸ਼ਨ ਇਸ ਦੀ ਸੀ ਸਹੀ ਹੈ। ਫਿਊਜ਼ ਇੱਕ ਸੁਰੱਖਿਆ ਕਿਸਮ ਦੀ ਅਸੈਸਰੀ ਹੈ। 15ਵਾਂ ਕੁਐਸਚਨ ਹੈ ਇੱਥੇ ਇੱਕ ਸਾਈਨ ਦਿੱਤਾ ਗਿਆ, ਇਸ ਦੇ ਬਾਰੇ ਪੁੱਛਿਆ ਇਹ ਕਿਹੜੇ ਸਟਾਰਟਰ ਦਾ ਚਿੰਨ੍ਹ ਹੈ, ਯਾਨੀ ਕਿ ਇਹ ਕਿਹੜੇ ਸਟਾਰਟਰ ਦਾ ਸਿੰਬਲ ਹੈਗਾ। ਆਪਸ਼ਨ ਏ ਸਟਾਰ ਡੈਲਟਾ ਸਟਾਰਟਰ, ਬੀ ਰਜਿਸਟੈਂਸ ਟਾਈਪ ਸਟਾਰਟਰ, ਸੀ DOL ਡਾਇਰੈਕਟ ਆਨਲਾਈਨ ਸਟਾਰਟਰ, ਡੀ ਹੈਗਾ ਆਟੋ ਟਰਾਂਸਫਾਰਮਰ ਸਟਾਰਟਰ।
ਤਾਂ ਇੱਥੇ ਜਿਹੜਾ ਇਹ ਬਾਕਸ ਇਸ ਤਰ੍ਹਾਂ ਬਣਿਆ, ਇਹ ਸਟਾਰਟਰ ਦੀ ਸਾਈਨ ਹੈ ਔਰ ਉਸ ਦੇ ਅੰਦਰ ਜਿਹੜਾ ਹੈਗਾ ਉਹ ਡੈਲਟਾ ਔਰ ਵਿੱਚ ਉਸਦੇ ਸਟਾਰ ਦਿਖਾਇਆ ਗਿਆ। ਤਾਂ ਇਹ ਜਿਹੜਾ ਸਾਈਨ ਹੈਗਾ, ਇਹ ਸਿੰਬਲ ਹੈ ਉਹ ਸਟਾਰ ਡੈਲਟਾ ਸਟਾਰਟਰ ਦਾ। ਤਾਂ 15ਵੇਂ ਦੀ ਆਪਸ਼ਨ ਏ ਸਹੀ ਹੈ, ਸਟਾਰ ਡੈਲਟਾ ਸਟਾਰਟਰ ਦਾ ਸਿੰਬਲ ਹੈ ਇਹ। ਸੋ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਹ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ। ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ।